ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਸ ਕੀ ਓਰ ਤਿਸੈ ਕੀ ਆਸਾ ਦੁਖ ਸੁਖ ਹਮਰਾ ਤਿਸ ਹੀ ਪਾਸਾ। ਰਾਖ ਲਿਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ। ਰਾਖ ਲਿਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਚਰਨ ਕਮਲ ਜਾਂ ਕੇ ਆਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋ ਹੋਤ ਨਿਹਾਲ ਤਾਂ ਕੈ ਨਿਕਟ ਨ ਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ। ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਤਿੰਨਾਂ ਦੀ ਇਹ ਮਹਾਨ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਇਸ ਬਾਣੀ ਦੀ ਕਥਾ ਇਸ ਬਾਣੀ ਦੀ ਵਿਚਾਰ ਆਪ ਜੀ ਪਿਛਲੇ ਲੰਬੇਰੇ ਸਮੇਂ ਤੋਂ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਸਰਵਣ ਕਰ ਰਹੇ ਹੋ ਤੇ ਅੱਜ 22ਵੀਂ ਅਸ਼ਟਪਦੀ ਜੋ ਹੈ ਇਸ ਦਾ ਅਖੀਰਲਾ ਪਦਾ ਇਸ ਦਾ ਅਖੀਰਲਾ ਸ਼ਬਦ ਅਖੀਰਲਾ ਅੰਕ 8ਵਾਂ ਅੰਕ ਜੋ ਹੈ ਇਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ। ਇਸ ਅਸ਼ਟਪਦੀ ਦੇ ਨਾਲ 22ਵੀਂ ਅਸ਼ਟਪਦੀ ਦੇ ਨਾਲ ਸ਼ਲੋਕ ਹੈ। ਸ਼ਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਇਹ ਸ਼ਲੋਕ ਇਸ ਕਰਕੇ ਦੁਹਰਾਇਆ ਜਾਂਦਾ ਹੈ, ਬਾਰ-ਬਾਰ ਅਸੀਂ ਸ਼ਲੋਕ ਨੂੰ ਨਾਲ ਪੜ੍ਹਦੇ ਹਾਂ ਕਿਉਂਕਿ ਜਿਹੜੀ ਸ਼ਲੋਕ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਵਿਚਾਰ ਦਿੱਤੀ ਹੈ
ਉਹ ਸਾਰੇ ਸ਼ਲੋਕ ਦਾ ਵਿਸਤਾਰ ਸਤਿਗੁਰੂ ਜੀ ਨੇ ਸਮੁੱਚੀ ਅਸ਼ਟਪਦੀ ਦੇ ਵਿੱਚ ਕੀਤਾ, ਕਿਉਂਕਿ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਉਹ ਮਾਲਕ ਜਿਹੜਾ ਸਾਰੇ ਜੀਵ ਜਨਤਾ ਦਾ ਮਾਲਕ ਹੈ, ਜਿਹੜਾ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਅਤੇ ਜਿਹੜਾ ਇੱਕ ਹੈ ਜਿਸ ਤੋਂ ਬਿਨਾਂ ਹੋਰ ਦੂਸਰਾ ਕੋਈ ਨਹੀਂ। ਅਤੇ ਅੱਜ ਦੇ ਇਸ ਅਖੀਰਲੇ ਸ਼ਬਦ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਉਹ ਪਰਮਾਤਮਾ, ਉਹ ਵਾਹਿਗੁਰੂ ਜਿਹੜਾ ਸਾਰਿਆਂ ਦੇ ਵਿੱਚ, ਜਿਹੜਾ ਪਰਮਾਤਮਾ ਸਾਰਿਆਂ ਦੇ ਵਿੱਚ ਵਰਤ ਰਿਹਾ ਅਤੇ ਜਿਹੜਾ ਇੱਕ ਹੈ, ਉਸ ਦੇ ਸਤਿਗੁਰੂ ਸਾਹਿਬ ਜੀ ਨੇ ਹੋਰ ਵਿਸ਼ੇਸ਼ਤਾਈਆਂ, ਉਸ ਦੇ ਗੁਣ ਜਿਹੜੇ ਨੇ ਇਸ ਸ਼ਲੋਕ ਦੇ ਵਿੱਚ, ਇਸ ਪਦੇ ਦੇ ਵਿੱਚ ਮੇਰੇ ਸਾਹਿਬ ਜੀ ਨੇ ਦਰਜ ਕੀਤੇ ਹਨ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਸ਼ਬਦ ਦੀ ਵਿਚਾਰ ਦੀ ਆਰੰਭਤਾ ਕਰੀਏ। ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਤਮਸਤਕ ਹੋਈਏ, ਸਾਹਿਬ ਜੀ ਨੂੰ ਆਪਣਾ ਸੀਸ ਝੁਕਾਈਏ, ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਬੜੇ ਪਿਆਰ ਦੇ ਨਾਲ, ਕਿਉਂਕਿ ਜਦੋਂ ਵੀ ਗੁਰੂ ਸਾਹਿਬ ਜੀ ਨੂੰ ਅਸੀਂ ਮੱਥਾ ਟੇਕਣਾ, ਨਤਮਸਤਕ ਹੋਣਾ, ਸੀਸ ਝੁਕਾਉਣਾ, ਅਤੇ ਗੁਰੂ ਸਾਹਿਬ ਜੀ ਨੂੰ ਬੜੇ ਪਿਆਰ ਦੇ ਨਾਲ ਆਪਣਾ ਸੀਸ ਝੁਕਾਉਣਾ ਚਾਹੀਦਾ ਅਤੇ ਮੱਥਾ ਜਿਹੜਾ ਉਹ ਥੱਲੇ ਲੱਗਣਾ ਚਾਹੀਦਾ। ਕਈਆਂ ਨੂੰ ਮੈਂ ਦੇਖਿਆ ਹੈ ਕਿ ਉਹ ਸਵਾਰ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਵੀ ਨਹੀਂ ਟੇਕਦੇ, ਬੜੀ ਕਾਹਲੀ ਦੇ ਨਾਲ। ਕਈ ਤਾਂ ਝੁਕਦੇ ਹੀ ਨਹੀਂ, ਕਈ ਤਾਂ ਆਪਣਾ ਸੀਸ, ਮੱਥਾ ਤਾਂ ਕਿਤੇ ਰਿਹਾ, ਆ ਪੱਗ ਦੀ ਨੋਕ ਵੀ ਥੱਲੇ ਨਹੀਂ ਲੱਗਣ ਦਿੰਦੇ। ਗੁਰੂ ਸਾਹਿਬ ਜੀ ਨੂੰ ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬੜੇ ਡੰਡੌਤਵਤ ਹੋ ਕੇ, ਤੁਸੀਂ ਦੇਖਿਆ ਹੋਣਾ ਕਈ ਜਗਿਆਸੂ, ਕਈ ਸਤਸੰਗੀ ਐਸੇ ਨੇ ਜਿਹੜੇ ਐਂ ਸਿੱਧਾ ਲੰਮਾ ਪੈ ਕੇ ਨਾ ਮੱਥਾ ਟੇਕਦੇ ਨੇ, ਵੀ ਭਾਵ ਕਿ ਮੇਰੇ ਵਿੱਚ ਵੱਲ ਛਲ ਕੋਈ ਨਹੀਂ। ਉਹ ਵੀ ਤੁਸੀਂ ਦੇਖਿਆ ਹੋਣਾ। ਇਸ ਕਰਕੇ ਗੁਰੂ ਸਾਹਿਬ ਜੀ ਨੂੰ ਬੜੇ ਅਦਬ ਦੇ ਨਾਲ ਮੱਥਾ ਟੇਕਣਾ ਚਾਹੀਦਾ, ਬੜੇ ਸਤਿਕਾਰ ਦੇ ਨਾਲ, ਬੜੇ ਸਹਿਜ ਦੇ ਨਾਲ। ਅਤੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣ ਲੱਗਿਆ ਕਾਹਲੀ ਨਹੀਂ ਕਰਨੀ ਚਾਹੀਦੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਥਾਨ 'ਤੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਤੁਸੀਂ ਉੱਥੇ ਵੀ ਕਈ ਵਾਰੀ ਦੇਖਿਆ ਹੋਣਾ ਹੈ ਵੀ ਲੋਕ ਧੱਕਮ ਧੱਕਾ ਕਰਦੇ ਨੇ, ਇੱਕ ਦੂਸਰੇ ਨੂੰ ਧੱਕੇ ਮਾਰਦੇ ਨੇ। ਨਹੀਂ ਗੁਰੂ ਪਿਆਰਿਓ, ਜਿਸ ਵੀ ਅਸਥਾਨ 'ਤੇ, ਜਿਸ ਵੀ ਗੁਰਦੁਆਰਾ ਸਾਹਿਬ ਵਿਖੇ ਆਪ ਜੀ ਜਾਓ ਅਤੇ ਉੱਥੇ ਜਾ ਕੇ ਸਹਿਜ ਦੇ ਵਿੱਚ, ਟਿਕਾ ਦੇ ਵਿੱਚ ਆ ਕੇ ਨਾ, ਕੋਈ ਗੱਲ ਨਹੀਂ, ਅੱਧਾ ਘੰਟਾ ਹੋਰ ਫਾਲਤੂ ਲੱਗ ਜਾਏਗਾ। ਜਿਸ ਆਨੰਦ ਵਾਸਤੇ, ਜਿਸ ਸਹਿਜ ਵਾਸਤੇ ਆਏ ਹੋ, ਉਸ ਨੂੰ ਤਾਂ ਪ੍ਰਾਪਤ ਕਰੋ। ਇਸ ਕਰਕੇ ਸਾਧ ਸੰਗਤ ਜੀ, ਆਪਾਂ ਨੂੰ ਇਹ ਸੇਧ ਲੈਣੀ ਚਾਹੀਦੀ ਹੈ, ਸਿਆਣੇ ਬਣਨਾ ਚਾਹੀਦਾ ਹੈ ਵੀ ਬੜੀ ਕਿਸਮਤ ਦੇ ਨਾਲ ਉਹ ਸਮਾਂ, ਬੜੇ ਭਾਗਾਂ ਦੇ ਨਾਲ, ਬੜੇ ਮੁੱਦਤ ਦੇ ਬਾਅਦ ਉਹ ਸਮਾਂ ਪ੍ਰਾਪਤ ਹੁੰਦਾ ਹੈ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹੋ ਅਤੇ ਉੱਥੇ ਜਾ ਕੇ ਗੁਰੂ ਦਾ ਅਦਬ ਕਰਨਾ, ਗੁਰੂ ਦਾ ਸਤਿਕਾਰ ਕਰਨਾ, ਸੰਗਤ ਦੇ ਨਾਲ ਪਿਆਰ ਦੇ ਨਾਲ ਵਿਚਰਨਾ, ਮਿਲਵਰਤਨ ਦੇਣਾ। ਜਿਹੜੇ ਉੱਥੇ ਸੇਵਾਦਾਰ ਖੜ੍ਹੇ ਨੇ ਉਹਨਾਂ ਦੇ ਸਾਧ ਸੰਗਤ ਜੀ ਹੁਕਮ ਦੀ ਪਾਲਣਾ ਕਰਨੀ, ਜੋ ਕੁਝ ਉਹ ਕਹਿ ਰਹੇ ਨੇ, ਜਿਵੇਂ ਕਹਿ ਰਹੇ ਨੇ, ਵੀ ਤਾਂ ਜੋ ਕਿ ਸਾਰੇ ਸਤਿਕਾਰ ਦੇ ਨਾਲ ਮੱਥਾ ਟੇਕ ਸਕਣ। ਇਸ ਤਰ੍ਹਾਂ ਗੁਰੂ ਪਿਆਰਿਓ, ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਈਏ, ਗੁਰੂ ਸਾਹਿਬ ਜੀ ਦੇ ਕੋਲ ਜਾਈਏ, ਗੁਰੂ ਸਾਹਿਬ ਜੀ ਨੂੰ ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ ਇਹ ਸਾਧ ਸੰਗਤ ਜੀ ਨਤਮਸਤਕ ਹੋਣਾ ਅਤੇ ਆਓ ਉਸੇ ਪਿਆਰ ਦੇ ਵਿੱਚ ਆ ਕੇ ਗੁਰੂ ਸਾਹਿਬ ਜੀ ਨੂੰ ਆਪਣਾ ਸੀਸ ਝੁਕਾਓ ਅਤੇ ਆਗਿਆ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਤ ਪੂਰੀ
ਅੰਮ੍ਰਿਤ ਜਾਂ ਕੀ ਦ੍ਰਿਸ਼ਟ। ਜਿਵੇਂ ਕਿ ਸ਼ੁਰੂਆਤ ਦੇ ਵਿੱਚ ਦਾਸ ਨੇ ਬੇਨਤੀ ਕੀਤੀ ਕਿ ਉਸ ਅਕਾਲ ਪੁਰਖ ਵਾਹਿਗੁਰੂ, ਉਸ ਇੱਕ ਓੰਕਾਰ ਜਿਸ ਦਾ ਇਹ ਸਾਰਾ ਪਸਾਰਾ ਹੈ, ਜਿਸ ਦੀ ਇਹ ਸਾਰੀ ਖੇਡ ਹੈ, ਜਿਸ ਨੇ ਇਹ ਸਾਰਾ ਸੰਸਾਰ, ਇਹ ਸ੍ਰਿਸ਼ਟੀ, ਇਹ ਰਚਨਾ ਬਣਾਈ ਹੈ, ਉਸ ਦੀ ਹੀ ਗੱਲ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕੀਤੀ ਗਈ ਹੈ। ਤੇ ਜਿਹੜਾ ਪ੍ਰਭੂ ਪਰਮਾਤਮਾ ਸਾਰੇ ਜੀਵ ਜਨਤਾ ਦਾ ਮਾਲਕ ਹੈ, ਜਿਹੜਾ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਜਿਹੜਾ ਸਾਰਿਆਂ ਦੇ ਵਿੱਚ ਪਸਰਿਆ ਹੋਇਆ ਹੈ, ਜਿਸ ਤੋਂ ਬਿਨਾਂ ਹੋਰ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਮਤ ਪੂਰੀ, ਵੀ ਉਹ ਪਰਮਾਤਮਾ ਪੂਰੀ ਮਤ ਵਾਲਾ ਹੈ, ਉਹ ਪਰਮਾਤਮਾ ਬੜਾ ਸਿਆਣਾ ਹੈ। ਕਲਗੀਧਰ ਪਾਤਸ਼ਾਹ ਜੀ ਦੇ ਬਚਨਾਂ ਕਿ ਸਾਹਿਬ ਦਿਮਾਗ ਹੈ, ਪੜ੍ਹਨਾ ਕਿ ਹੁਸਨਲ ਚਿਰਾਗ ਹੈ। ਪਰਮਾਤਮਾ ਜਿੱਥੇ ਸਭ ਤੋਂ ਸਿਆਣਾ, ਸਭ ਤੋਂ ਉੱਤਮ ਮਤ ਵਾਲਾ, ਜਿੱਥੇ ਸਭ ਤੋਂ ਸ੍ਰੇਸ਼ਟ ਮਤ ਵਾਲਾ, ਸ੍ਰੇਸ਼ਟ ਬੁੱਧੀ ਵਾਲਾ, ਪਰਮਾਤਮਾ ਵਰਗੀ ਬੁੱਧੀ ਕਿਸੇ ਕੋਲ ਦੇ ਨਹੀਂ। ਪਰਮਾਤਮਾ ਨਾ ਜੀ ਆ ਜਿਹੜਾ ਸਾਨੂੰ ਕੋਈ ਸੋਝੀ ਦਿੰਦਾ, ਇੱਕ ਕਿਨਕਾ ਮਾਤਰ, ਕਿਨਕਾ ਵੀ ਬਹੁਤ ਜ਼ਿਆਦਾ ਹੈ। ਪਰਮਾਤਮਾ ਜੋ ਹੈ ਸੰਸਾਰ ਨੂੰ ਇੱਕ ਕਿਨਕਾ ਮਾਤਰ, ਸੰਸਾਰ ਨੂੰ, ਸਾਨੂੰ ਨਹੀਂ, ਸਾਧ ਸੰਗਤ, ਸੰਸਾਰ ਨੂੰ ਇੱਕ ਕਿਨਕਾ ਮਾਤਰ ਬੁੱਧੀ ਦਿੱਤੀ ਹੈ ਉਸਨੇ। ਅੱਜ ਤੇ ਵਿਦਵਾਨ, ਵਿਗਿਆਨਕ ਲੋਕ, ਸਾਇੰਸਦਾਨ ਲੋਕ ਵੀ ਇਹ ਗੱਲ ਸਪਸ਼ਟ ਕਰ ਰਹੇ ਨੇ ਕਿ ਮਨੁੱਖ ਦੇ ਕੋਲ ਜਿੰਨਾ ਦਿਮਾਗ ਹੈ, ਜਿੰਨੀ ਬੁੱਧੀ ਹੈ ਮਨੁੱਖ ਦੇ ਕੋਲ, ਉਹਦੇ ਵਿੱਚੋਂ ਇਹ ਬਹੁਤ ਥੋੜ੍ਹੀ ਵਰਤਦਾ ਹੈ। ਬਾਕੀ ਤੇ ਬਹੁਤ ਸਾਰੇ ਐਸੀ ਬੁੱਧੀ ਹੈ ਮਨੁੱਖ ਦੇ ਕੋਲ ਜਿਹੜੀ ਵਰਤਦਾ ਹੀ ਨਹੀਂ, ਜਿਹੜੀ ਕਦੀ ਖੋਲ੍ਹਦਾ ਹੀ ਨਹੀਂ। ਪਰਮਾਤਮਾ ਨੇ ਮਨੁੱਖ ਨੂੰ ਦਿੱਤਾ ਤੇ ਬੜਾ ਕੁਝ ਹੈ, ਪਰ ਮਨੁੱਖ ਦੀ ਉੱਥੇ ਤੱਕ ਪਹੁੰਚ ਨਹੀਂ। ਪਰ ਜਿਹੜਾ ਪਰਮਾਤਮਾ ਹੈ, ਜੋ ਵਾਹਿਗੁਰੂ ਹੈ, ਉਹ ਪਰਮਾਤਮਾ, ਉਹ ਵਾਹਿਗੁਰੂ ਸ੍ਰੇਸ਼ਟ ਮਤ ਵਾਲਾ, ਉੱਤਮ ਬੁੱਧੀ ਵਾਲਾ, ਕਿ ਸਾਹਿਬ ਦਿਮਾਗ ਹੈ। ਪਰਮਾਤਮਾ ਬਹੁਤ ਵੱਡਾ ਦਿਮਾਗੀ ਹੈ, ਦਿਮਾਗੀ ਹੈ, ਤੇ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਚਲਾਇਆ ਹੈ। ਸਾਡੇ ਕੋਲ ਤਾਂ ਇੱਕ ਪਰਿਵਾਰ ਨਹੀਂ ਚੱਲਦਾ, ਪਰਿਵਾਰ ਦੇ ਮੈਂਬਰ ਬਾਗੀ ਹੋ ਜਾਂਦੇ ਨੇ। ਪੁੱਤਰ ਪਿਓ ਦਾ ਕਹਿਣਾ ਨਹੀਂ ਮੰਨਦਾ, ਸਾਧ ਸੰਗਤ ਭਰਾ ਭਰਾ ਦਾ ਕਹਿਣਾ ਨਹੀਂ ਮੰਨਦਾ, ਘਰ ਵਾਲੀ ਘਰ ਵਾਲੇ ਦੇ ਹੁਕਮ ਦੇ ਵਿੱਚ ਨਹੀਂ, ਘਰ ਵਾਲਾ ਪਤਨੀ ਦੀ ਗੱਲ ਨਹੀਂ ਮੰਨਦਾ। ਤੇ ਉਹ ਪਰਮਾਤਮਾ ਤੇ ਬੜਾ ਦਿਮਾਗੀ ਹੈ, ਵੀ ਜਿਸ ਨੇ ਸਾਰੇ ਸੰਸਾਰ ਨੂੰ ਚਲਾਇਆ। ਸਤਿਗੁਰੂ ਤੇਰੀਆਂ ਤੂੰ ਹੀ ਜਾਣਦਾ ਹੈ, ਵਾਹਿਗੁਰੂ ਤੇਰੀਆਂ ਤੂੰ ਹੀ ਜਾਣਦਾ ਹੈ ਵੀ ਤੂੰ ਕਿਵੇਂ ਸੰਸਾਰ ਨੂੰ ਚਲਾ ਰਿਹਾ। ਤੁਸੀਂ ਦੇਖੋ ਨਾ, 5-7 ਪੁੱਤਰ ਹੋਣ, ਪਰਿਵਾਰ ਦੇ 10 ਮੈਂਬਰ ਹੋਣ, ਇੱਕ ਮਾਂ ਨੂੰ ਨਹੀਂ ਰੱਖ ਸਕਦੇ, ਪਰ ਉਹ ਪਰਮਾਤਮਾ ਜਿਹਨੇ ਸਾਰੇ ਸੰਸਾਰ ਨੂੰ ਰੱਖਿਆ, ਜਿਹੜਾ ਸਾਰੇ ਸੰਸਾਰ ਦੀ ਰੱਖਿਆ ਕਰ ਰਿਹਾ, ਉਹ ਪਰਮਾਤਮਾ, ਉਹ ਵਾਹਿਗੁਰੂ ਜਿਹੜਾ ਬੜੀ ਸ੍ਰੇਸ਼ਟ ਮਤ ਵਾਲਾ ਹੈ, ਸਭ ਤੋਂ ਉੱਤਮ ਮਤ ਵਾਲਾ ਹੈ, ਤੇ ਕਦੀ ਭੁੱਲਦਾ ਨਹੀਂ ਪਰਮਾਤਮਾ। ਪਰਮਾਤਮਾ ਜਿਹੜਾ ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ, ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਸਾਰਾ ਸੰਸਾਰ ਭੁੱਲ ਜਾਂਦਾ ਹੈ, ਪਰ ਉਹ ਪਰਮਾਤਮਾ ਨਹੀਂ ਭੁੱਲਦਾ। ਸਾਡਾ ਸੁਭਾਅ ਕੀ ਹੈ? ਸਾਸ ਸਾਸ ਹਮ ਭੁੱਲਣ ਹਾਰੇ, ਤੁਮ ਸਮਰੱਥ ਅਗੰਤ ਪਾਰੇ। ਅਸੀਂ ਤੇ ਹੈ ਹੀ ਭੁੱਲਾਂ ਦੇ ਪੁਤਲੇ, ਭੁੱਲਾਂ ਕਰੀ ਜਾਂਦੇ ਹਾਂ, ਭੁੱਲਾਂ ਕਰੀ ਜਾਂਦੇ ਹਾਂ, ਪਰ ਪਰਮਾਤਮਾ ਨਹੀਂ ਭੁੱਲਦਾ। ਕਈ ਵਾਰੀ ਦਾਸ ਨੇ ਜਿਨ੍ਹਾਂ ਕੋਲੋਂ ਇਹ ਦੁਨਿਆਵੀ ਤੌਰ 'ਤੇ ਉਸਤਾਦ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਅੱਖਰ ਸਿੱਖੇ ਨੇ, ਤੇ ਉਹ ਬੜਾ ਪਿਆਰਾ ਬਚਨ ਸੁਣਾਇਆ ਕਰਦੇ ਸਨ, ਕਿਹਾ ਕਰਦੇ ਸਨ, ਕਈ ਅਰਦਾਸ ਕਰਦੇ ਨੇ, ਨਾ ਭੁੱਲੀ ਨਾ ਭੁਲਾਵੀਂ। ਫਿਰ ਜੇ ਪਰਮਾਤਮਾ ਹੀ ਭੁੱਲ ਗਿਆ ਤੇ ਦੱਸੋ ਫਿਰ ਬਾਕੀ ਕੌਣ ਹੈ ਸੁਚੇਤ?
ਜਾਂ ਕਈ ਅਰਦਾਸ ਕਰਦੇ ਨੇ ਪ੍ਰਮਾਤਮਾ ਭੁੱਲ ਕੇ ਹੀ ਦਾਤ ਦੇ ਦੇ, ਭੁੱਲ ਕੇ ਹੀ ਕਾਕਾ ਦੇ ਦੇ। ਦੱਸੋ ਜੇ ਪ੍ਰਮਾਤਮਾ ਭੁੱਲ ਹੀ ਗਿਆ ਤਾਂ ਕਾਕਾ ਕਿੱਥੋਂ ਦੇਵੇਗਾ? ਇਸ ਲਈ ਪ੍ਰਮਾਤਮਾ ਨਹੀਂ ਭੁੱਲਦਾ, ਵਾਹਿਗੁਰੂ ਨਹੀਂ ਭੁੱਲਦਾ। ਹਾਂ, ਅਰਦਾਸ ਕਰੋ ਪ੍ਰਮਾਤਮਾ ਦੇ ਚਰਨਾਂ 'ਚ, ਜੋ ਮੰਗਣਾ ਪ੍ਰਮਾਤਮਾ ਦੇ ਕੋਲੋਂ ਮੰਗੋ, ਪਰ ਇਹ ਨਾ ਪ੍ਰਮਾਤਮਾ ਨੂੰ ਕਹੋ ਕਿ ਭੁੱਲ ਕੇ ਦੇ ਦੇਵੀਂ। ਨਹੀਂ, ਸਾਧ ਸੰਗਤ ਪ੍ਰਮਾਤਮਾ ਤੇ ਭੁੱਲਿਆਂ ਨੂੰ ਮਾਰਗ ਦੱਸਣ ਵਾਲਾ ਹੈ। ਪ੍ਰਮਾਤਮਾ ਤੇ ਭੁੱਲਿਆਂ ਨੂੰ ਰਾਹ ਦੱਸਣ ਵਾਲਾ ਹੈ। ਇਹ ਸ਼ਬਦ ਹੈ ਨਾ ਜੀ, ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਉਹ ਤਾਂ ਭੁੱਲਿਆਂ ਨੂੰ ਮਾਰਗ ਦੱਸਦਾ, ਤੇ ਜਿਹੜਾ ਆਪ ਹੀ ਭੁੱਲਾ ਉਹ ਮਾਰਗ ਕੀ ਦੱਸੇਗਾ? ਇਸ ਲਈ ਉਹ ਪ੍ਰਮਾਤਮਾ, ਉਹ ਵਾਹਿਗੁਰੂ ਜਿਹੜਾ ਹੈ, ਉਹ ਸ੍ਰੇਸ਼ਟ ਬੁੱਧੀ ਵਾਲਾ ਹੈ, ਪੂਰਨ ਮਤ ਵਾਲਾ ਹੈ, ਕਦੀ ਭੁੱਲਦਾ ਨਹੀਂ। ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਤੇ ਜਿਸ ਪ੍ਰਮਾਤਮਾ ਦੀ ਦ੍ਰਿਸ਼ਟੀ ਦੇ ਵਿੱਚੋਂ ਅੰਮ੍ਰਿਤ ਵਰਸਦਾ ਹੈ। ਅੰਮ੍ਰਿਤ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਨਾ ਜਦੋਂ ਸਵੇਰੇ ਅੰਮ੍ਰਿਤ ਵੇਲੇ ਆਉਂਦੇ ਸਨ, ਤੇ ਜਿਨ੍ਹਾਂ 'ਤੇ ਦ੍ਰਿਸ਼ਟੀ ਉਹਨਾਂ ਦੀ ਪੈ ਜਾਂਦੀ ਸੀ, ਅਮੈ ਦ੍ਰਿਸ਼ਟ ਸ਼ਬ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਮ ਨਿਦਰਿਆਉ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਤੇ ਕਹਿੰਦੇ ਨੇ ਕੋੜੀਆਂ ਦਾ ਕੋੜ ਦੂਰ ਹੋ ਜਾਂਦਾ ਸੀ, ਪਾਪਾਂ ਦਾ ਨਾਸ਼। ਸੋ ਗੁਰੂ ਦੀ ਦ੍ਰਿਸ਼ਟ ਐਸੀ ਹੈ, ਅੰਮ੍ਰਿਤਮਈ ਦ੍ਰਿਸ਼ਟੀ ਹੈ ਗੁਰੂ ਦੀ। ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਤੇ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਪ੍ਰਮਾਤਮਾ ਦਾ ਦਰਸ਼ਨ। ਪ੍ਰਮਾਤਮਾ ਦੇ ਦਰਸ਼ਨਾਂ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਉਧਾਰ ਹੋ ਜਾਂਦਾ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ, ਗੁਰ ਨਾਨਕ ਜਿਨ ਸੁਨਿਆ ਪੇਖਿਆ, ਸੇ ਫਿਰ ਗੁਰਬਾਸ ਨ ਪਰਿਆਰੇ। ਐਸਾ ਦਰਸ਼ਨ ਹੈ ਜੀ ਪਰਮਾਤਮਾ ਦਾ। ਮੇਰੇ ਸਾਹਿਬ ਜੀ ਅੱਗੇ ਬਖਸ਼ਿਸ਼ ਕਰ ਰਹੇ ਨੇ ਸ਼ਬਦ ਦੇ ਵਿੱਚ, ਚਰਨ ਕਮਲ ਜਾਂ ਕੇ ਆਨੂਪ, ਅਨੂਪ ਸ਼ਬਦ। ਇਸ ਦੀ ਅੱਗੇ ਵੀ ਕਈ ਵਾਰੀ ਆਪਾਂ ਵਿਆਖਿਆ ਕਰ ਚੁੱਕੇ ਹਾਂ। ਅਨੂਪ ਤੋਂ ਭਾਵ ਹੈ ਲਾਸਾਨੀ, ਜਿਸ ਦੀ ਕਿਸੇ ਦੇ ਨਾਲ ਹੋਰ ਤੁਲਨਾ, ਉਪਮਾ, ਤਸਵੀਰ ਨਾ ਦਿੱਤੀ ਜਾ ਸਕੇ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਇਹ ਤੇ ਦੁੱਧ ਵਰਗਾ ਚਿੱਟਾ ਹੈ, ਉਸ ਦੀ ਉਪਮਾ ਦੇਤੀ ਨਾ। ਕਹਿ ਦਿੰਦੇ ਹਾਂ ਇਹ ਤੇ ਸ਼ਹਿਦ ਵਰਗਾ ਮਿੱਠਾ ਹੈ, ਜਾਂ ਕਹਿ ਦਿੰਦੇ ਹਾਂ ਇਹ ਤੇ ਜ਼ਹਿਰ ਵਰਗਾ ਕੌੜਾ ਹੈ। ਉਹਨਾਂ ਦੀ ਤੁਲਨਾ ਅਸੀਂ ਕਿਸੇ ਨਾਲ ਕਰ ਦਿੰਦੇ ਹਾਂ, ਪਰ ਪਰਮਾਤਮਾ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਵਾਹਿਗੁਰੂ ਦੀ ਸਾਧ ਸੰਗਤ ਜੀ ਉਪਮਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਉਸ ਪਰਮਾਤਮਾ ਦੀ, ਕਿ ਉਹ ਮਾਲਕ ਵਾਹਿਗੁਰੂ ਜਿਹੜਾ ਹੈ ਨਾ ਜੀ, ਉਹਦੀ ਉਪਮਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਤੇ ਉਸ ਦੇ ਚਰਨ, ਉਸ ਦੀ ਸਿਫਤ ਸਲਾਹ ਕਮਲ ਵਰਗੀ ਸਾਧ ਸੰਗਤ ਜੀ ਹੈ। ਤੇ ਪ੍ਰਮਾਤਮਾ ਦੀ ਸਾਧ ਸੰਗਤ ਜੀ ਉਪਮਾ ਅਸੀਂ ਨਹੀਂ ਕਰ ਸਕਦੇ, ਪ੍ਰਮਾਤਮਾ ਦੀ ਵਡਿਆਈ ਅਸੀਂ ਨਹੀਂ ਕਰ ਸਕਦੇ। ਉਸ ਦੇ ਚਰਨ ਕਮਲ ਵਰਗੇ ਹਨ। ਇਸ ਲਈ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਸਫਲ ਦਰਸ਼ਨ ਸੁੰਦਰ ਹਰ ਰੂਪ। ਸਫਲ ਦਰਸ਼ਨ, ਫਲ ਦੇ ਰਹਿਤ, ਫਲ ਦੇ ਸਹਿਤ ਦਰਸ਼ਨ ਹੈ, ਫਲ ਦੇ ਸਹਿਤ। ਭਾਵ ਕਿ ਜਿਹੜੇ ਪ੍ਰਮਾਤਮਾ ਦੇ ਦਰਸ਼ਨ ਨੇ, ਜਿਹੜੇ ਵਾਹਿਗੁਰੂ ਜੀ ਦੇ ਦਰਸ਼ਨ ਨੇ, ਇਹ ਨਿਸਫਲ ਨਹੀਂ ਹਨ। ਜੋ ਵੀ ਵਾਹਿਗੁਰੂ ਦੇ ਦਰਸ਼ਨ ਕਰਦਾ, ਜੋ ਵੀ ਪ੍ਰਮਾਤਮਾ ਦੇ ਦਰਸ਼ਨ ਕਰਦਾ, ਉਹ ਫਲਾਂ ਦੇ ਸਹਿਤ ਨੇ। ਤੇ ਉਹ ਪ੍ਰਮਾਤਮਾ ਸੁੰਦਰ ਹਰ ਰੂਪ, ਪਰਮਾਤਮਾ ਦਾ ਰੂਪ ਬੜਾ ਸੁੰਦਰ ਹੈ, ਪਰਮਾਤਮਾ ਕਰੂਪ ਨਹੀਂ। ਸਤਿਗੁਰੂ ਜੀ ਤਾਂ ਬੜੇ ਪਿਆਰੇ ਬਚਨ ਕਰਦੇ ਨੇ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕਿ ਹੇ ਪ੍ਰਮਾਤਮਾ ਤੇਰਾ ਨੱਕ ਬੜਾ ਖੂਬਸੂਰਤ ਹੈ। ਤੁਸੀਂ ਦੇਖੋ ਨਾ, ਮਨੁੱਖ ਦੀ ਸੁੰਦਰਤਾ ਨੱਕ ਦੇ ਉੱਤੇ ਬੜੀ ਡਿਪੈਂਡ ਕਰਦੀ ਹੈ। ਜੇ ਬਾਕੀ ਦਾ ਚਿਹਰਾ ਤੇ ਸਾਫ ਸੁੰਦਰ ਹੋਵੇ ਤੇ ਨੱਕ ਠੀਕ ਨਾ ਹੋਵੇ
ਨੱਕ ਛੋਟੀ ਹੋਵੇ ਜਾਂ ਨੱਕ ਲੰਬੀ ਹੋਵੇ ਜਾਂ ਨੱਕ ਚੌੜੀ ਹੋਵੇ ਜਾਂ ਛੋਟੀ ਹੋਵੇ, ਤੇ ਉਹ ਸਾਰੇ ਚਿਹਰੇ ਦੇ ਸੁੰਦਰਤਾ ਨੂੰ, ਸਰੂਪ ਨੂੰ ਖਤਮ ਕਰ ਦਿੰਦੀ ਹੈ। ਤੇ ਮੇਰੇ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਤੇਰੀ ਚਾਲ ਸੁਹਾਵੀ ਮੁਦਰਾੜੀ ਬਾਣੀ। ਕਿੰਨਾ ਕੁ ਸੋਹਣਾ ਪਰਮਾਤਮਾ ਜੀ। ਥੋੜ੍ਹਾ ਸਾਧ ਸੰਗਤ ਗੁਰਬਾਣੀ ਦੇ ਵਿੱਚ ਦਰਸ਼ਨ ਕਰੋ ਮਹਾਰਾਜ ਜੀ ਨੇ, ਜੋ ਕਿਉਂਕਿ ਮਹਾਰਾਜ ਜੀ ਨੇ ਸਾਨੂੰ ਮਾਰਗ ਦੱਸਿਆ ਨਾ, ਸੱਚੇ ਪਾਤਸ਼ਾਹ ਜੀ ਨੇ। ਮਹਾਰਾਜ ਜੀ ਕਹਿੰਦੇ ਨੇ ਤੇਰੀ ਚਾਲ ਸੁਹਾਵੀ ਮੁਦਰਾੜੀ ਬਾਣੀ। ਬੜਾ ਠੁਮਕ ਠੁਮਕ ਕੇ ਚੱਲਦਾ ਹੈ ਪਰਮਾਤਮਾ, ਤੇਰੀ ਚਾਲ ਬੜੀ ਸੁੰਦਰ ਹੈ ਤੇ ਤੇਰੇ ਬੋਲ ਬੜੇ ਮਿੱਠੇ ਨੇ। ਬੜੇ ਪਿਆਰੇ ਬਚਨ ਭਗਤ ਨਾਮਦੇਵ ਜੀ ਦੇ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਜਿਵੇਂ ਕਿਸੇ ਨੇ ਬੜੀ ਸੁੰਦਰ ਦਸਤਾਰ, ਇਹ ਟਰਬਨ ਸਜਾਈ ਹੋਵੇ ਨਾ, ਅਸੀਂ ਕਹਿੰਦੇ ਹਾਂ ਵਾਹ ਕਿਆ ਬਾਤ ਹੈ, ਬੜੀ ਸੁੰਦਰ ਪੱਗ ਬੰਨੀ ਹੈ, ਬੜੀ ਸੁੰਦਰ ਦਸਤਾਰ ਸਜਾਈ ਹੈ। ਤੇ ਭਗਤ ਨਾਮਦੇਵ ਜੀ ਵੀ ਕਹਿੰਦੇ ਨੇ, ਹੇ ਪ੍ਰਮਾਤਮਾ, ਹੇ ਵਾਹਿਗੁਰੂ, ਤੇਰੀ ਦਸਤਾਰ ਬੜੀ ਸੁੰਦਰ ਹੈ, ਤੇਰੀ ਪਗੜੀ ਬੜੀ ਸੁੰਦਰ ਹੈ ਤੇ ਮਿੱਠੇ ਤੇਰੇ ਬੋਲ। ਹੇ ਪ੍ਰਮਾਤਮਾ, ਤੇਰੇ ਬੋਲ ਬੜੇ ਮਿੱਠੇ ਨੇ। ਕਲਗੀਧਰ ਪਾਤਸ਼ਾਹ ਜੀ ਨਾ ਜੀ ਇਨਾਮ ਦਿਆ ਕਰਦੇ ਸਨ। ਜਿਹੜਾ ਸੁੰਦਰ ਦਸਤਾਰ ਸਜਾਉਂਦਾ ਸੀ ਨਾ, ਦਸਤਾਰ ਮੁਕਾਬਲਾ ਗੁਰਦੁਆਰਾ ਸਾਹਿਬ ਹੈ ਪੌਂਟਾ ਸਾਹਿਬ ਦੇ ਵਿੱਚ, ਤੇ ਸਾਹਿਬ ਜੀ ਇਨਾਮ ਦਿੰਦੇ ਸਨ ਜਿਹੜਾ ਸੁੰਦਰ ਦਸਤਾਰ ਸਜਾਉਂਦਾ ਸੀ। ਤੇ ਪ੍ਰਮਾਤਮਾ ਦਾ ਜ਼ਿਕਰ ਕਰ ਰਹੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਕਹਿੰਦੇ ਨੇ, ਹੇ ਵਾਹਿਗੁਰੂ, ਤੇਰਾ ਰੂਪ ਬੜਾ ਸੁੰਦਰ ਹੈ। ਪ੍ਰਮਾਤਮਾ ਕਰੂਪ ਨਹੀਂ। ਇਹ ਨਹੀਂ ਕਿ ਪ੍ਰਮਾਤਮਾ ਨੂੰ ਦੇਖਣ ਤੇ ਦਿਲ ਨਹੀਂ ਕਰਦਾ, ਨਹੀਂ। ਇਹ ਇੱਥੇ ਮੇਰੇ ਸਾਹਿਬ ਜੀ ਕਹਿ ਰਹੇ ਨੇ, ਸਫਲ ਦਰਸ਼ਨ ਸੁੰਦਰ ਹਰ ਰੂਪ। ਬੜੇ ਸੁੰਦਰ ਰੂਪ ਵਾਲਾ ਹੈ ਪ੍ਰਮਾਤਮਾ। ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਗੁਰੂ ਹਰਗੋਬਿੰਦ ਸਾਹਿਬ, ਦੇਖੋ ਨਾਮ ਕੈਸਾ, ਹਰ ਗੋਬਿੰਦ। ਹਰ ਦਾ ਮਤਲਬ ਵੀ ਪ੍ਰਮਾਤਮਾ ਤੇ ਗੋਬਿੰਦ ਦਾ ਮਤਲਬ ਵੀ ਪ੍ਰਮਾਤਮਾ, ਡਬਲ ਹੋ ਗਿਆ ਨਾ, ਹਰ ਵੀ ਤੇ ਗੋਬਿੰਦ ਵੀ। ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਬੜੇ ਸੁੰਦਰ ਸਰੂਪ ਵਾਲੇ, ਬੜੇ ਉੱਚੇ ਲੰਮੇ ਕੱਦ ਕਾਠ ਵਾਲੇ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਸੇ ਕਰਕੇ ਸ਼ਾਇਦ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਬਚਨ ਉਚਾਰਨ ਕੀਤੇ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਗੁਰ ਭਾਰੀ ਆਖਿਆ। ਕਹਿੰਦੇ ਨੇ ਘੋੜਾ ਵੀ ਥੱਕ ਜਾਂਦਾ ਸੀ, ਜਿਸ ਘੋੜੇ 'ਤੇ ਸਵਾਰੀ ਕਰਦੇ ਸਨ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਘੋੜਾ ਵੀ ਬਦਲੀ ਕਰਨਾ ਪੈਂਦਾ ਸੀ ਥੋੜ੍ਹੇ ਸਮੇਂ ਬਾਅਦ। ਤੇ ਐਸੇ ਸੁੰਦਰ ਸਰੂਪ ਸਨ ਮਹਾਰਾਜ ਜੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਕਿ ਜਦੋਂ ਉਸ ਕਾਜੀ ਦੀ ਬੇਟੀ ਨੇ, ਧੀ ਨੇ, ਕੌਲਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਕੀਤਾ, ਮਹਾਰਾਜ ਦਾ ਸਰੂਪ ਤੱਕਿਆ, ਮਹਾਰਾਜ ਦੇ ਦਰਸ਼ਨ ਕੀਤੇ, ਦੀਦਾਰ ਕੀਤੇ, ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੀ ਮੌਤ ਹੋ ਗਈ ਸੀ ਕੌਲਾਂ। ਫਿਰ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਕਿਵੇਂ ਪੱਤਰ ਵੀ ਪਾਉਂਦੇ ਰਹੇ, ਚਿੱਠੀਆਂ ਵੀ ਪਾਉਂਦੇ ਰਹੇ ਗੁਰੂ ਸਾਹਿਬ ਜੀ ਨੂੰ, ਗੁਰੂ ਸਾਹਿਬ ਉਸ ਦਾ ਉੱਤਰ ਵੀ ਦਿੰਦੇ ਰਹੇ। ਪਰਮਾਤਮਾ ਤੇ ਗੁਰੂ ਸੋਹਣੇ ਸਰੂਪ ਵਾਲਾ ਹੈ, ਸੁੰਦਰ ਸਰੂਪ ਵਾਲੇ ਨੇ। ਇਸ ਲਈ ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਸਫਲ ਦਰਸ਼ਨ ਸੁੰਦਰ ਹਰ ਰੂਪ। ਪਰਮਾਤਮਾ ਦਾ ਰੂਪ ਬੜਾ ਸੁੰਦਰ ਹੈ। ਸਾਧ ਸੰਗਤ ਜੀ ਸਾਰੀ ਵਿਆਖਿਆ ਕੀਤੀ ਮਾਲਕ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸੱਚੇ ਪਾਤਸ਼ਾਹ ਸਦਕੇ ਜਾਈਏ ਤੁਹਾਡੇ ਤੋਂ, ਤੁਸੀਂ ਬਖਸ਼ਿਸ਼ਾਂ ਕਰਦੇ ਹੋ, ਤੁਸੀਂ ਰਹਿਮਤਾਂ ਕਰਦੇ ਹੋ। ਧਨ ਸੇਵਾ ਸੇਵਕ ਪ੍ਰਵਾਨ। ਇਹ ਧਨ ਸ਼ਬਦ ਜਿਹੜਾ ਆਇਆ ਨਾ ਜੀ, ਇਹ 3 ਵਾਰੀ 3 ਤਰ੍ਹਾਂ ਦੇ ਨਾਲ ਗੁਰਬਾਣੀ ਦੇ ਵਿੱਚ ਆਇਆ। ਇੱਕ ਆਇਆ ਧੱਦਾ ਤੇ ਨੰਨਾ। ਜਦੋਂ ਧੱਦਾ ਤੇ ਨੰਨਾ ਇਸ ਤਰ੍ਹਾਂ ਧਨ ਆਵੇਗਾ ਨਾ, ਉਸ ਤੋਂ ਭਾਵ ਹੈ ਇਸਤਰੀ। ਤੇ ਸਾਧ ਸੰਗਤ ਜੀ ਜਦੋਂ ਧੱਦਾ ਤੇ ਨੰਨਾ, ਨੰਨੇ ਨੂੰ ਔਂਕੜ ਆਵੇਗਾ, ਉਦੋਂ ਭਾਵ ਹੈ ਕਿ ਆ ਧਨ ਪਦਾਰਥ, ਜਿਹਨੂੰ ਧਨ ਪਦਾਰਥ ਕਹਿ ਦਿੰਦੇ ਆ। ਤੇ ਜਦੋਂ ਸਾਧ ਸੰਗਤ ਜੀ ਧੱਦੇ ਦੇ ਉੱਪਰ ਟਿੱਪੀ ਤੇ ਨੰਨੇ ਨੂੰ ਔਂਕੜ ਆਵੇਗਾ, ਉਦੋਂ ਭਾਵ ਹੈ ਧਨਤਾ ਦੇ ਜੋਗ। ਤੇ ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਧਨ ਸੇਵਾ, ਉਸ ਦੀ ਸੇਵਾ ਜਿਹੜੀ ਹੈ ਧਨ ਹੈ। ਸੇਵਕ ਪ੍ਰਵਾਨ, ਤੇ ਉਹ ਸੇਵਕ ਪ੍ਰਵਾਨ ਹੈ ਜਿਹੜਾ ਐਸੇ ਪ੍ਰਭੂ ਪਰਮਾਤਮਾ ਜੀ ਦੀ, ਜਿਹੜਾ ਐਸੇ ਵਾਹਿਗੁਰੂ ਦੀ ਸਿਫਤ ਕਰਦਾ ਹੈ। ਅੰਤਰਜਾਮੀ ਪੁਰਖ ਪ੍ਰਧਾਨ, ਉਹ ਮਾਲਕ ਵਾਹਿਗੁਰੂ
ਸਾਡੇ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ, ਅੰਤਰਜਾਮੀ ਹੈ, ਸਰਵ ਵਿਆਪਕ ਹੈ ਅਤੇ ਸਾਰਿਆਂ ਤੋਂ ਸ੍ਰੇਸ਼ਟ ਵੀ ਹੈ। ਸਾਧ ਸੰਗਤ ਜੀ ਪ੍ਰਧਾਨ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਜਿਹੜਾ ਸਭ ਤੋਂ ਉੱਤਮ ਹੋਵੇ, ਜਿਹੜਾ ਸਭ ਤੋਂ ਸ੍ਰੇਸ਼ਟ ਹੋਵੇ। ਅੱਜ ਤਾਂ ਆਪਾਂ ਦੇਖਦੇ ਹਾਂ ਨਾ, ਅੱਜ ਤਾਂ ਅਸੀਂ ਪ੍ਰਧਾਨ ਸ਼ਬਦ ਨੂੰ ਬਦਨਾਮ ਕਰ ਦਿੱਤਾ ਹੈ ਨਾ। ਅਸੀਂ ਦੇਖਦੇ ਹਾਂ ਕਿ ਜਿਹੜਾ ਬਹੁਤ ਮਾਇਆ ਵਾਲਾ, ਜਿਹੜਾ ਜਿਸ ਦੇ ਨਾਲ ਚੰਗੀ ਬਣਦੀ ਹੈ, ਕਿਸੇ ਮਿਨਿਸਟਰ ਦੇ ਨਾਲ, ਕਿਸੇ ਹੋਰ ਦੇ ਨਾਲ, ਉਸ ਨੂੰ ਚੁੱਕ ਕੇ ਪ੍ਰਧਾਨ ਬਣਾ ਦਿੱਤਾ, ਪੈਸੇ ਵੱਲ ਨੂੰ ਪ੍ਰਧਾਨ ਬਣਾ ਦਿੱਤਾ। ਨਹੀਂ, ਸਾਧ ਸੰਗਤ ਜੀ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਰਹਿਮਤਾਂ ਕਰ ਰਹੇ ਨੇ ਕਿ ਉਹ ਪ੍ਰਮਾਤਮਾ, ਉਹ ਵਾਹਿਗੁਰੂ, ਉਹ ਹੀ ਸਭ ਤੋਂ ਉੱਤਮ ਪ੍ਰਧਾਨ ਹੈ, ਸਭ ਤੋਂ ਸ੍ਰੇਸ਼ਟ ਹੈ, ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਜਿਸ ਮਨ ਬਸੈ ਸੋ ਹੋਤ ਨਿਹਾਲ, ਅਤੇ ਜਿਸ ਦੇ ਮਨ ਦੇ ਵਿੱਚ ਐਸੇ ਪ੍ਰਭੂ ਜੀ ਵਸ ਜਾਂਦੇ ਨੇ, ਉਹ ਤੇ ਸਾਧ ਸੰਗਤ ਜੀ ਐ ਫੁੱਲ ਦੇ ਵਾਂਗੂ ਖਿੜ ਜਾਂਦਾ, ਨਿਹਾਲ ਨਿਹਾਲ ਹੋ ਜਾਂਦਾ, ਉਸ ਦਾ ਜੀਵਨ ਧਨ ਹੋ ਜਾਂਦਾ ਹੈ। ਜਿਹੜਾ ਜੁੜ ਜਾਂਦਾ ਐਸੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ, ਤਾਂ ਕਹਿ ਨਿਕਟ ਨ ਆਵਤ ਕਾਲ। ਅਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਫਿਰ ਮੌਤ ਉਹਦੇ ਨੇੜੇ ਤੱਕ ਨਹੀਂ ਢੁਕਦੀ, ਭਾਵ ਕਿ ਮੌਤ ਦਾ ਡਰ ਉਸ ਨੂੰ ਖਤਮ ਹੋ ਜਾਂਦਾ। ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਤਾਂ ਕਿ ਕਾਲ ਨਿਕਟ ਨ ਹੈ, ਉਹਦੇ ਨੇੜੇ ਨਹੀਂ ਆਉਂਦਾ ਕਾਲ। ਮੌਤ ਉਹਨਾਂ ਨੂੰ ਡਰਾ ਨਹੀਂ ਸਕਦੀ। ਬਾਬਾ ਦੀਪ ਸਿੰਘ ਜੀ ਨੂੰ ਮੌਤ ਡਰਾ ਸਕੀ? ਮੌਤ ਨੂੰ ਤੇ ਵੰਗਾਰ ਕੇ ਕਿਹਾ ਬਾਬਾ ਦੀਪ ਸਿੰਘ ਜੀ ਨੇ, ਮੈਂ ਉਨਾ ਚਿਰ ਨਹੀਂ ਮਰਨਾ, ਮੈਂ ਉਨਾ ਚਿਰ ਆਪਣੇ ਸਵਾਸਾਂ ਦਾ ਤਿਆਗ ਨਹੀਂ ਕਰਨਾ, ਸਰੀਰ ਦਾ ਤਿਆਗ ਨਹੀਂ ਕਰਨਾ, ਜਿੰਨਾ ਚਿਰ ਮੈਂ ਸੁਦਾ ਸਰ ਦੀਆਂ ਪ੍ਰਕਰਮਾਂ ਦੇ ਵਿੱਚ ਨਹੀਂ ਚਲੇ ਜਾਂਦਾ। ਉਹਨਾਂ ਨੂੰ ਨਹੀਂ ਡਰਾਉਂਦੀ। ਇਹ ਤੇ ਸਾਧ ਸੰਗਤ ਉਹਨਾਂ ਮਨੁੱਖਾਂ ਨੂੰ ਹੈ ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਨੇ, ਜਿਹੜੇ ਵਾਹਿਗੁਰੂ ਦੇ ਨਾਲੋਂ ਟੁੱਟੇ ਹੋਏ ਨੇ। ਅਖੀਰਲੀਆਂ ਪੰਕਤੀਆਂ ਦੇ ਵਿੱਚ ਮੇਰੇ ਸਾਹਿਬ ਜੀ ਫਰਮਾਨ ਕਰ ਰਹੇ ਨੇ, ਅਮਰ ਭਏ ਅਮਰਾ ਪਦ ਪਾਇਆ। ਅਮਰ ਭਏ, ਆਪਾਂ ਕਹਿੰਦੇ ਹਾਂ ਇਹ ਤੇ ਅਮਰ ਹੋ ਗਿਆ, ਇਹ ਤੇ ਇਸ ਨੂੰ ਤੇ ਅਮਰ ਪਦਵੀ ਪ੍ਰਾਪਤ ਹੋ ਗਈ। ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ ਸਾਧ ਸੰਗਤ ਜੀ? ਅਮਰ ਭਏ ਅਮਰਾ ਪਦ ਪਾਇਆ। ਉਹ ਅਮਰ ਨੇ ਕਿਹੜੇ? ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ। ਭਗਤ ਕਬੀਰ ਸਾਹਿਬ ਜੀ ਅਮਰ ਨੇ, ਭਗਤ ਪ੍ਰਹਲਾਦ, ਭਗਤ ਧਰੁਵ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਕਿੰਨਿਆਂ ਕੁ ਦੇ ਨਾਮ ਲਈਏ ਜਿਨ੍ਹਾਂ ਨੇ ਮਾਲਕ ਵਾਹਿਗੁਰੂ ਦਾ ਨਾਮ ਜਪਿਆ, ਉਹ ਇਸ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ। ਸਾਧ ਸੰਗ ਨਾਨਕ ਹਰਿ ਧਿਆਇਆ। ਅਤੇ ਅਮਰ ਪਦਵੀ ਨੂੰ ਕਿਵੇਂ ਪ੍ਰਾਪਤ ਹੋਏ? ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਜਾ ਕੇ ਪਰਮਾਤਮਾ ਦੇ ਨਾਮ ਨੂੰ ਧਿਆਇਆ, ਜਿਹੜੇ ਸਤ ਸੰਗਤ ਦੇ ਵਿੱਚ ਜਾ ਕੇ ਵਾਹਿਗੁਰੂ ਦਾ ਨਾਮ ਜਪਦੇ ਨੇ, ਜਿਹੜੇ ਸਤ ਸੰਗਤ ਦੇ ਵਿੱਚ ਜਾ ਕੇ ਮਾਲਕ ਦੀਆਂ ਸਿਫਤਾਂ ਕਰਦੇ ਨੇ, ਅਤੇ ਫਿਰ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਜੀ ਸਾਧ ਸੰਗਤ ਜੀ? ਉਹਨਾਂ ਨੂੰ ਪ੍ਰਾਪਤ ਹੁੰਦਾ ਗੁਣ ਨਿਧਾਨ ਗੁਣ ਤਿਨਿ ਗਾਏ, ਜੰ ਕੋ ਕਿਰਪਾ ਧਾਰੀ ਸੋ ਸੁਖੀਆ। ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਸੋ ਸੁਖੀਆ, ਧਨ ਉਸ ਜਨਮਾ, ਉਸ ਦਾ ਜਨਮ ਧਨ ਹੋ ਗਿਆ। ਨਾਨਕ ਤਿਸ ਬਲਿਹਾਰੀ, ਅਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਮੈਂ ਵੀ ਉਸ ਤੋਂ ਬਲਿਹਾਰ ਜਾਣਾ, ਸਦਕੇ ਜਾਣਾ। ਸੋ ਅੱਜ 22ਵੀਂ ਅਸ਼ਟਪਦੀ ਸੰਪੂਰਨ ਹੋਈ ਹੈ। ਅੱਗੇ ਸਾਧ ਸੰਗਤ ਜੀ ਵਿਚਾਰ ਜਿਹੜੀ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਆਓ ਸਾਰੇ ਰਸਨਾ ਨੂੰ ਕਰੋ ਪਵਿੱਤਰ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।